ਵਾਹਿਗੁਰੂ ਵਾਹਿਗੁਰੂ ਜੀ। ਸਤਿਗੁਰ ਆਇਓ ਸ਼ਰਨ ਮਿਲੈ ਸੁਖ ਨਾਮ ਹਰਿ ਸੋਭਾ। ਚਿੰਤਾ ਲਾਹੇ ਹਮਾਰੀ ਮੈਂ ਮੂਰਖ ਕੀ। ਕੇਤਕ ਬਾਤ ਹੈ ਕੋਟ ਪਰਾਧੀ ਤਰਿਆਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨ ਪਰਿਆਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨ ਭਰਿਆ ਰੇ। ਦੋਹਰਾ ਇਤ ਸ੍ਰੀ ਹਰਿ ਗੋਬਿੰਦ ਜੀ ਗਬਨੇ ਗੋਇੰਦ ਬਾਲ। ਉਤ ਲਵਪੁਰ ਕੀ ਕਸ ਕਥਾ ਸੁਣੀਏ ਸਭ ਕਾ ਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਦਰਬਾਰ ਦੀਆਂ ਹਾਜ਼ਰੀਆਂ ਭਰਨ ਦਾ, ਲੜੀਵਾਰ ਗੁਰੂ ਜੀ ਦੀ ਅਕਥ ਕਥਾ ਨੂੰ ਸਰਵਣ ਕਰਨ ਦਾ, ਛੇਵੇਂ ਪਾਤਸ਼ਾਹ ਜੀ ਦੇ ਇਤਿਹਾਸ ਨੂੰ ਸਰਵਣ ਕਰਨ ਦਾ ਸੁਭਾਗ ਭਰਿਆ ਸਮਾਂ ਸਾਨੂੰ ਬਖਸ਼ਿਆ ਹੈ ਮਾਲਕ ਨੇ। ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਜੀ। ਪਿਛਲੇ ਪ੍ਰਸੰਗ ਵਿੱਚ ਆਪ ਜੀ ਨੇ ਸਰਵਣ ਕੀਤਾ ਜਦੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪੁੱਤਰੀ ਬੀਬੀ ਵੀਰੋ ਜੀ ਦੀਆਂ ਲਾਵਾਂ ਹੋਈਆਂ ਨੇ, ਆਨੰਦ ਕਾਰਜ ਹੋਏ ਨੇ। ਭਾਈ ਧਰਮਾ ਜੀ ਤਿੰਨਾਂ ਦੇ ਸਪੁੱਤਰ ਭਾਈ ਸਾਧੂ ਜੀ ਦੇ ਨਾਲ ਗੁਰੂ ਮਹਾਰਾਜ ਨੇ ਆਪਣੀ ਪੁੱਤਰੀ ਨੂੰ ਵਿਦਾ ਕੀਤਾ ਹੈ। ਪਿਆਰ ਦੇ ਨਾਲ ਮੋਤੀਆਂ ਦੀ ਝਾਲਰ ਵਾਲੇ ਸੋਨੇ ਨਾਲ ਜੜੇ ਹੋਏ ਡੋਲੇ 'ਚ ਬਿਠਾਇਆ। ਭਾਈ ਸਾਧੂ ਜੀ ਨੇ ਗੁਰੂ ਮਹਾਰਾਜ ਜੀ ਦੇ ਚਰਨਾਂ 'ਤੇ ਮੱਥਾ ਟੇਕਿਆ। ਮਾਤਾ ਨਾਨਕੀ ਜੀ, ਮਾਤਾ ਦਮੋਦਰੀ ਜੀ, ਮਾਤਾ ਮਹਾਦੇਵੀ ਜੀ ਤੋਂ ਅਸੀਸਾਂ ਲਈਆਂ ਨੇ। ਉਸ ਤੋਂ ਬਾਅਦ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਰਾਤ ਦੀ ਜਦੋਂ ਰਵਾਨਗੀ ਹੋਈ ਆ, ਝਬਾਲ ਪਿੰਡ ਨੂੰ ਬਹੁਤ ਵਰ ਦਿੱਤੇ। ਇੱਕ ਦਿਨ ਆਵੇਗਾ ਜਦੋਂ ਇੱਥੇ ਧਾਰਮਿਕ ਸਥਾਨ ਬਣੇਗਾ, ਜਿੱਥੇ ਬੀਬੀ ਵੀਰੋ ਜੀ ਦੀ ਸ਼ਾਦੀ ਹੋਈ। ਉਸ ਨਗਰ ਨੂੰ ਅਸੀਸਾਂ ਦੇ ਕੇ ਆਪ ਜੀ ਤਰਨ ਤਾਰਨ ਵਿੱਚ ਆਏ। ਉੱਥੇ ਆ ਕੇ ਸਰੋਵਰ ਨੂੰ ਗੁਰੂ ਮਹਾਰਾਜ ਨੇ ਦੇਖਿਆ ਹੈ, ਦਰਸ਼ਨ ਕੀਤੇ ਨੇ। ਵਰ ਦਿੱਤਾ ਹੈ ਕਿ ਜੋ ਵੀ ਇੱਥੇ ਆਵੇਗਾ ਮੂੰਹੋਂ ਮੰਗੀਆਂ ਮੁਰਾਦਾਂ ਪਾਵੇਗਾ। ਗੁਰੂ ਮਹਾਰਾਜ ਨੇ ਫਿਰ ਸੂਰਮਿਆਂ ਨੂੰ ਕਿਹਾ ਕਿ ਹੁਣ ਆਪਾਂ ਗੋਇੰਦਵਾਲ ਸਾਹਿਬ ਜਾਣਾ, ਜਿਹੜਾ ਗੁਰੂ ਅਮਰਦਾਸ ਜੀ ਨੇ ਵਸਾਇਆ ਹੈ। ਇਸ ਪ੍ਰਕਾਰ ਗੁਰੂ ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਦੇ ਵਸਾਏ ਹੋਏ ਤਰਨ ਤਾਰਨ ਨੂੰ ਨਮਸਕਾਰ ਕਰਕੇ ਘੋੜਿਆਂ 'ਤੇ ਚੜ੍ਹ ਗਏ ਨੇ। ਕਦਮ ਕਦਮ ਵਧਦੇ ਹੋਏ ਗੋਇੰਦਵਾਲ ਸਾਹਿਬ ਵੱਲ ਚੱਲਣ ਦਾ ਨਿਸ਼ਚਾ ਕੀਤਾ। ਇੱਥੋਂ ਤੱਕ ਇਹ ਵਾਲਾ ਪ੍ਰਸੰਗ ਕੱਲ੍ਹ ਆਪ ਜੀ ਨੇ ਪਿਆਰ ਦੇ ਨਾਲ ਸਰਵਣ ਕੀਤਾ ਸੀ। ਹੁਣ ਅੱਗੇ
ਸ਼ਾਹਜਹਾਂ ਨੂੰ ਖਬਰ ਪਹੁੰਚੇਗੀ ਕਿ ਗੁਰੂ ਮਹਾਰਾਜ ਦੀ ਜਿੱਤ ਹੋ ਗਈ ਆ, ਤਾਂ ਉਹ ਕੀ ਪ੍ਰਤੀਕਿਰਿਆ ਕਰਦਾ, ਵਜ਼ੀਰਾਂ ਨਾਲ ਸਲਾਹ ਕਰਦਾ, ਫਿਰ ਕੀ ਉਹਦਾ ਫੈਸਲਾ ਹੁੰਦਾ, ਉਹ ਇਸੇ ਪ੍ਰਸੰਗ ਵਿੱਚ ਆ ਰਿਹਾ ਹੈ। ਹੁਣ ਉਹ ਆਪਾਂ ਪਿਆਰ ਦੇ ਨਾਲ ਚਿੱਤ ਨੂੰ ਇਕਾਗਰ ਕਰਕੇ ਮੀਰੀ ਅਤੇ ਪੀਰੀ ਦੇ ਮਾਲਕ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਤਿਹਾਸ ਸਰਵਣ ਕਰੀਏ ਜੀ। ਤੋ ਮੇਰਾ ਇਤ ਸ੍ਰੀ ਹਰਗੋਬਿੰਦ ਜੀ ਗਬਨੇ ਗੋਇੰਦ ਵਾਲ। ਕਵੀ ਜੀ ਪ੍ਰਸੰਗ ਦੀ ਸ਼ੁਰੂਆਤ ਵਿੱਚ ਕਹਿੰਦੇ ਇੱਧਰ ਸ੍ਰੀ ਹਰਗੋਬਿੰਦ ਸਾਹਿਬ ਜੀ ਆਪਣੇ ਸੂਰਮਿਆਂ ਦੇ ਨਾਲ ਗੋਇੰਦਵਾਲ ਸਾਹਿਬ ਦੇ ਵਿੱਚ ਚਲੇ ਗਏ। ਉਤਲਵਪੁਰ ਕੀ ਕੁਸ਼ ਕਥਾ ਸੁਣੀਏ ਜਸ ਪਾਹਾਲ। ਹੁਣ ਕਵੀ ਜੀ ਕਹਿੰਦੇ ਉਧਰ ਲਾਹੌਰ ਦੀ ਕੁਝ ਕਥਾ ਸੁਣੋ। ਮੈਂ ਲਾਹੌਰ ਬਾਰੇ ਦੱਸਦਾ ਹਾਂ, ਜਿਵੇਂ ਜਿਵੇਂ ਉੱਥੋਂ ਦਾ ਹਾਲ ਹੋਇਆ ਹੈ। ਚੌਪਈ ਜੇ ਤੱਕ ਬਚੇ ਭਗੈਲ ਭਲਾਏ, ਕਿਸ ਗ੍ਰਾਮ ਬਸ ਭੋਰ ਸਦਾਏ। ਜਿਹੜੇ ਤੁਰਕ ਜੰਗ ਦੇ ਮੈਦਾਨ ਵਿੱਚ ਬਚ ਗਏ ਸੀ ਨਾ, ਉਹ ਦੌੜ ਗਏ ਸੀਗੇ ਤੇ ਉਹ ਲਾਹੌਰ ਵੱਲ ਚਲੇ ਗਏ। ਇੱਕ ਰਾਤ ਫਿਰ ਕਿਸੇ ਪਿੰਡ ਦੇ ਵਿੱਚ ਜਾ ਕੇ ਠਹਿਰ ਕੇ ਨਾ ਫਿਰ ਪਹੁੰਚ ਗਏ ਹਨ। ਸ਼ਾਹਜਹਾਂ ਕੇ ਪਹੁੰਚੇ ਪਾਸ, ਵਿਖਿਓ ਜਿਨ ਕੋ ਵੱਡ ਤਰਾਸ। ਲਾਹੌਰ ਦੇ ਵਿੱਚ ਪਹੁੰਚ ਗਏ ਸ਼ਾਹਜਹਾਂ ਦੇ ਪਾਸ। ਇਹ ਉਹ ਨੇ ਜਿਨ੍ਹਾਂ ਨੇ ਯੁੱਧ ਵਿੱਚ ਲਾਸ਼ਾਂ ਹੀ ਲਾਸ਼ਾਂ ਦੇਖੀਆਂ ਸਨ। ਇਹ ਉਹ ਨੇ ਜਿਹੜੇ ਬਹੁਤ ਡਰੇ ਹੋਏ ਨੇ, ਡਰਦੇ ਮਾਰੇ ਭੱਜ ਗਏ ਸੀ, ਹੁਣ ਸ਼ਾਹਜਹਾਂ ਦੇ ਕੋਲ ਆਏ ਹਨ। ਰਣ ਕੀ ਸਗਰੀ ਸੁਧ ਪਚਾਈ, ਜੇ ਸਰਦਾਰ ਪਠੈ ਸਮੁਦਾਈ। ਉਹਨਾਂ ਫਿਰ ਨਾ ਯੁੱਧ ਦੀ ਸਾਰੀ ਖਬਰ ਆ ਕੇ ਦਿੱਤੀ ਆ ਵੀ ਕਿਵੇਂ ਕਿਵੇਂ ਕੀ ਕੀ ਹੋਇਆ ਸੀ, ਜਿਹੜੇ ਜਿਹੜੇ ਸਰਦਾਰ ਭੇਜੇ ਸੀ ਨਾਲ ਉਹਨਾਂ ਨਾਲ ਕੀ ਹੋਇਆ, ਕਹਿਣ ਲੱਗੇ ਹਨ ਫਿਰ। ਮੁਗਲ ਖਾਂ ਸਮੇਤ ਸਭ ਮਾਰੇ, ਨਹੀਂ ਬਚੇ ਗੁਰੂ ਤੇ ਸਭ ਹਾਰੇ। ਇਹ ਬਾਦਸ਼ਾਹ ਜੀ, ਸ਼ਾਹਜਹਾਂ ਜੀ, ਮੁਗਲ ਸਿੱਖਾਂ ਸਮੇਤ ਸਾਰੇ ਸਰਦਾਰ ਮਾਰੇ ਗਏ ਨੇ, ਕੋਈ ਵੀ ਨਹੀਂ ਬਚਿਆ। ਗੁਰੂ ਦੇ ਪਾਸੋਂ ਸਾਡੀ ਹਾਰ ਹੋਈ ਹੈ। ਸ਼ਾਹਜਹਾਂ ਸੁਣ ਕੇ ਵਿਸਮਾਨਿਓ, ਇਤੋ ਲਸਕਰ ਕਿਸ ਵਿਦਹਾਨਿਓ। ਇਹ ਸੁਣ ਕੇ ਸ਼ਾਹਜਹਾਂ ਜਿਹੜਾ ਸੀ ਨਾ ਬਹੁਤ ਹੈਰਾਨ ਹੋ ਗਿਆ। ਕਹਿਣ ਲੱਗਾ ਇਹ ਕਿਵੇਂ ਹੋ ਜਾਏਗਾ, 8000 ਜਿਹੜੀ ਫੌਜ ਆ ਉਹਨੂੰ ਕਿਵੇਂ ਕੋਈ ਇੰਨਾ ਮਾਰ ਸਕਦਾ ਹੈ, ਏਡਾ ਵੱਡਾ ਲਸ਼ਕਰ ਉਹ ਕਿਵੇਂ ਮਾਰ ਸਕਦੇ ਹਨ। ਰਣ ਕੋ ਹੀਰਤ ਜੇ ਭਜ ਆਏ, ਸੁਣ ਬਿਹਿਤ ਸੀ ਮਿਗਟ ਬੁਲਾਏ। ਐਵੇਂ ਫਿਰ ਜਿਹੜੇ ਯੁੱਧ ਦੇ ਮੈਦਾਨ ਵਿੱਚੋਂ ਭੱਜੇ ਸੀ, ਸ਼ਾਹਜਹਾਂ ਕਹਿੰਦਾ ਉਹਨਾਂ ਨੂੰ ਮੇਰੇ ਕੋਲ ਲਿਆਓ, ਮੈਂ ਹਾਲ ਸੁਣਨਾ ਜੰਗ ਦਾ ਕੀ ਕੀ ਹੋਇਆ, ਏਡੀ ਵੱਡੀ ਸੈਨਾ ਹਾਰ ਕਿਵੇਂ ਗਈ ਆ, ਇਵੇਂ ਹੁਣ ਇਹ ਜਾਣਨਾ ਚਾਹੁੰਦਾ ਹੈ। ਜਗਿਆਸਾ ਹੈ ਤਾਂ ਕੋਲ ਬੁਲਾਇਆ ਹੈ। ਜਾਏ ਸਲਾਮ ਸਾਹੋ ਸ਼ੌਕੀਨ, ਬੂਝਣ ਹਿਤ ਬੋਲਿਓ ਲਖ ਦੀਨ। ਭੱਜੇ ਹੋਏ ਤੁਰਕਾਂ ਨੇ ਆ ਕੇ ਬਾਦਸ਼ਾਹ ਨੂੰ ਸਲਾਮ ਕੀਤੀ ਆ। ਦੀਨ ਵੇਖ ਕੇ ਪੁੱਛਣ ਵਾਸਤੇ ਫਿਰ ਬੋਲਿਆ ਸ਼ਾਹਜਹਾਂ, ਭਇਓ ਜੰਗ ਕਿਮ ਸਭ ਹੀ ਮਾਰੇ, ਕਰਿਓ ਕਵਟ ਕਸ ਨਹੀਂ ਸੰਭਾਰੇ। ਕਹਿੰਦਾ ਇਹੋ ਜਿਹਾ ਕਿਹੜਾ ਜੰਗ ਸੀ ਜਿਹਦੇ ਵਿੱਚ ਸਾਰੇ ਮੇਰੇ ਸਰਦਾਰ ਮਾਰੇ ਗਏ ਨੇ, ਕੀ ਗੁਰੂ ਨੇ ਕੋਈ ਕਪਟ ਕੀਤਾ ਹੈ, ਛਲ ਕੀਤਾ ਜਿਹੜਾ ਆਪਣਾ ਆਪ ਨਹੀਂ ਸੰਭਾਲ ਸਕੇ। ਜੈ ਗੁਰ ਢਿਗ ਲਸਕਰ ਭਟ ਮਾਰੇ, ਅਤੇ ਅਲਪ ਜਿਸ ਤੇ ਤੁਮ ਹਾਰੇ। ਇਹ ਗੁਰੂ ਕੋਲੇ ਬਹੁਤ ਸਾਰਾ ਲਸ਼ਕਰ ਆ, ਜਾਂ ਉਹਨਾਂ ਕੋਲ ਬਹੁਤ ਵੱਡੀ ਫੌਜ ਆ, ਜਾਂ ਵੱਡੇ ਵੱਡੇ ਯੋਧੇ ਨੇ, ਦੱਸੋ ਕਿਵੇਂ ਤੁਸੀਂ ਉਹਨਾਂ ਤੋਂ ਹਾਰ ਖਾ ਕੇ ਆਏ ਹੋ। ਸੁਣ ਬਗੈਰ ਗੱਲ ਕਹਿਓ ਬੁਲਾਈ, ਕਸੂ ਖੁਦਾਈ ਗਤ ਲਖੀ ਨ ਜਾਏ। ਸ਼ਾਹਜਹਾਂ ਕਹਿਣ ਲੱਗਾ ਵੀ ਤੁਸੀਂ ਥੋੜੇ ਹੋਵੋਗੇ, ਫਿਰ ਉਹ ਬਹੁਤ ਹੋਣਗੇ। ਤੇ ਫਿਰ ਉਹ ਭਗੌੜੇ ਜਿਹੜੇ ਸੀ ਨਾ ਭੱਜ ਕੇ ਆਏ, ਕਹਿਣ ਲੱਗੇ, ਕਹਿੰਦੇ ਜਹਾਂ ਪਨਾਹ ਕੀ ਦਸੀਏ,
ਅੱਲਾ ਦੀ ਗਤ ਜਾਣੀ ਨਹੀਂ ਜਾ ਸਕਦੀ। ਪਤਾ ਨਹੀਂ ਜੰਗ ਦੇ ਮੈਦਾਨ ਵਿੱਚ ਕੀ ਹੋ ਗਿਆ ਹੈ। ਤਹਾਂ ਪਰੀ ਇੱਕ ਤੋ ਮਨਹਾਰੀ, ਲੱਕਰਾਂ ਖੋਦਿਓ ਤਹੇ ਭਰ ਮਾਰੀ। ਕਹਿੰਦੇ ਉਹਨਾਂ ਦਾ ਜਿਹੜਾ ਲਸ਼ਕਰ ਸੀ ਨਾ, ਗੁਰੂ ਦੀ ਜਿਹੜੀ ਫੌਜ ਆ, ਸਾਡੇ ਨਾਲੋਂ ਵੱਡੀ ਨਹੀਂ, 10 ਗੁਣਾ ਛੋਟੀ ਸੀ। ਕਹਿੰਦੇ ਪਤਾ ਨਹੀਂ ਪਰ ਕੀ ਹੋ ਗਿਆ। ਅਸੀਂ ਛਲ ਕਰਕੇ ਰਾਤ ਸਮੇਂ ਚੱਲੇ ਸੀ, ਕਹਿੰਦੇ ਸੀ ਗੁਰੂ ਨੂੰ ਸਵੇਰ ਹੋਣ ਤੱਕ ਫੜ ਲਾਂਗੇ। ਪਰ ਜਦੋਂ ਉੱਥੇ ਗਏ ਆ ਤਾਂ ਉੱਥੇ ਇੱਕ ਤੋਪ ਵੇਖੀ ਅਸੀਂ। ਕਹਿੰਦੇ ਜਿਹੜੀ ਲੱਕੜੀ ਵਿੱਚ ਪੋਲ ਬਣਾ ਕੇ ਪਤਾ ਨਹੀਂ ਕਿਵੇਂ ਉਹਨਾਂ ਤਿਆਰ ਕੀਤੀ ਹੈ। ਬੇਸ਼ੱਕ ਭਟ ਤੈ ਨਰੇ ਬਡੇਰੇ, ਲਸਰ ਕੇ ਨਰ ਹਤੇ ਕਨੇਰੇ। ਕਹਿੰਦੇ 20 ਦੇ ਕਰੀਬ ਸੂਰਮੇ ਸੀ ਜਿਨ੍ਹਾਂ ਨੇ ਵੱਡੀ ਲੜਾਈ ਲੜੀ ਆ ਸਭ ਤੋਂ ਪਹਿਲਾਂ। ਅਸੀਂ 7000 ਤੇ ਉਹ 20 ਸੀ। ਇਸ ਕਰਕੇ ਉਹ ਤੋਪ ਨੂੰ ਭਰ ਭਰ ਕੇ ਮਾਰਦੇ ਸੀ। ਲੱਕੜ ਦੀ ਤੋਪ ਸੀ, ਐਸੀ ਤੋਪ ਅਸੀਂ ਵੇਖੀ ਨਹੀਂ ਮਹਾਰਾਜ ਜਹਾਂ ਪਨਾਹ। ਸਾਡਾ ਲਸ਼ਕਰ ਜਿਹੜਾ ਸੀ ਨਾ, ਬਹੁਤ ਵੱਡੀ ਗਿਣਤੀ ਵਿੱਚ ਮਾਰਿਆ ਗਿਆ ਹੈ। ਲੇਨ ਤੋਪ ਹੈ ਮੁਗਲ ਸਖਾਨ, ਕਰ ਹਿਲਾ ਪਾਇਓ ਕਮਸ਼ਾਨ। ਕਹਿੰਦੇ ਜੀ ਮੁਗਲਿਸ ਖਾਨ ਨੇ ਕੀ ਕੀਤਾ ਨਾ, ਉਹ ਤੋਪ ਨੂੰ ਪ੍ਰਾਪਤ ਕਰਨ ਵਾਸਤੇ ਵੀ ਆਪਾਂ ਜਾ ਕੇ ਛੇਤੀ ਛੇਤੀ ਤੋਪ ਖੋਲੀਏ। ਇਹੋ ਜੀ ਤੋਪ ਕਿਹੜੀ ਆ ਜਿਹੜੀ ਇੰਨੀ ਮਾਰ ਕਰਦੀ ਆ? ਤਾਂ ਵੱਡਾ ਕਮਸਾਨ ਉਹਨੇ ਛੇੜਿਆ ਹੈ। ਫਿਰ ਸਵੇ ਕਰਪਾਨ ਸੁਮਾਰੇ, ਦੇਖ ਤੋਪ ਸਭ ਅਚਰਜ ਧਾਰੇ। ਫਿਰ ਅਸੀਂ 7000 ਨੇ ਯੋਧਿਆਂ ਨੂੰ ਮਾਰ ਦਿੱਤਾ ਘੇਰ ਕੇ ਕਿਰਪਾਨਾਂ ਦੇ ਨਾਲ। ਜਦੋਂ ਪਹੁੰਚੇ ਆ ਤੇ ਲੱਕੜੀ ਦੀ ਤੋਪ ਸੀ, ਕਾਠ ਦੀ ਤੋਪ ਜਿਹਨੂੰ ਆਖਿਆ ਜਾਂਦਾ ਹੈ। ਗੁਰਸਿੱਖ ਪਿਆਰਿਓ, ਅੱਜ ਵੀ ਇਹ ਗੁਰੂ ਘਰ ਦੇ ਵਿੱਚ ਇੱਕ ਸ਼ੀਸ਼ੇ ਵਿੱਚ ਜੜ ਕੇ ਰੱਖੀ ਹੋਈ ਹੈ। ਤਾਂ ਉਹ ਕਹਿਣ ਲੱਗਾ ਵੀ ਲੱਕੜ ਦੀ ਜਿਹੜੀ ਤੋਪ ਆ ਨਾ, ਉਹਨੂੰ ਵੇਖ ਕੇ ਸਾਰੇ ਅਸੀਂ ਹੈਰਾਨ ਹੋ ਗਏ। ਗੁਰ ਮੰਦਰ ਮੈਂ ਜਾਏ ਪਰਵੇਸ਼ੇ, ਧਨ ਭੂਖਣ ਲੈ ਗਏ ਅਸੇਸੇ। ਗੁਰੂ ਮਹਾਰਾਜ ਦੇ ਕਹਿੰਦੇ ਘਰ ਵਿੱਚ ਅਸੀਂ ਦਾਖਲ ਹੋ ਗਏ ਹਾਂ। ਧਨ ਵੀ ਲੁੱਟਿਆ, ਗਹਿਣੇ ਵੀ ਲੁੱਟੇ, ਮਠਿਆਈਆਂ ਵੀ ਖਾਧੀਆਂ ਹਨ। ਜਾਮ ਨਿਸਾ ਤਬ ਚੰਦ ਚਰਾ ਚਰਿਓ ਹੈ, ਗੁਰ ਲੈ ਕਰ ਦਲ ਆਨੰਦ ਰਿਓ ਹੈ। ਕਹਿੰਦੇ ਸਾਨੂੰ ਇਉਂ ਲੱਗਾ ਗੁਰੂ ਜਿਹੜਾ ਹੈ ਨੱਸ ਗਿਆ, ਦੌੜ ਗਿਆ ਆਪਦੀ ਸੈਨਾ ਸਮੇਤ। ਪਰ ਕਹਿੰਦੇ ਜਦੋਂ ਅੰਮ੍ਰਿਤ ਵੇਲਾ ਹੋਇਆ, ਪਹਿਰ ਰਾਤ ਰਹੀ ਆ ਇੱਕ, ਗੁਰੂ ਜੀ ਆਪਣੀ ਫੌਜ ਨੂੰ ਲੈ ਕੇ ਲੜਨ ਵਾਸਤੇ ਆ ਗਏ ਹਨ। ਪੇਤ ਪੰਗਣ ਕੀ ਬਹੁ ਮਾਰ, ਗੁਰ ਕੇ ਤੀਰ ਚਲੇ ਤਿਸ ਬਾਰ। ਸਭ ਕੁਝ ਠੀਕ ਚੱਲ ਰਿਹਾ ਸੀ, ਬੰਦੂਕਾਂ ਦੀ ਬਹੁਤ ਮਾਰ ਪਈ ਆ। ਫਿਰ ਅਚਾਨਕ ਹੀ ਇੱਕ ਅਜਬ ਤਰ੍ਹਾਂ ਦੇ ਤੀਰ ਚੱਲੇ, ਜਿਹਨੂੰ ਗੁਰੂ ਦੇ ਤੀਰ ਆਖਿਆ ਜਾਂਦਾ ਹੈ। ਚਤਰੰਗਲ ਚੌਰੇ ਵੱਡ ਤੀਖਣ, ਖਪਰੇ ਖਰੇ ਪਲਾਦੀ ਭੀਖਣ। ਇਹ ਤੀਰ ਜਿਹੜੇ ਸਨ 4 ਉਂਗਲਾਂ ਜਿੰਨੇ ਚੌੜੇ ਸਨ, ਬੜੇ ਤੇਜ਼ ਵਾਲੇ ਸਨ। ਕੁਝ ਮੱਛੀ ਦੇ ਮੂੰਹ ਵਰਗੇ ਸਨ ਦੇਖਣ ਨੂੰ, ਬੜੇ ਤੇਜ਼ ਤੇ ਫੌਲਾਦੀ ਤੇ ਭਿਆਨਕ ਤੀਰ ਸਨ। ਤੀਰ ਕੇ 4 5 ਕੇ ਪਾਰ ਭਰੇ, ਇਤਨ ਕੇ ਪ੍ਰਾਨ ਬਦਾਰਿਆਨ। ਇਸ ਪ੍ਰਕਾਰ ਕਹਿੰਦੇ ਉਹ ਤਿੰਨਾਂ ਚੌਹਾਂ ਨੂੰ ਚੀਰ ਕੇ ਨਾ 5ਵੇਂ ਨੂੰ ਪਾਰ ਕਰ ਜਾਂਦੇ ਸੀ। ਪਤਾ ਨਹੀਂ ਕਿਹੋ ਜਿਹੇ ਤੀਰ ਸਨ, ਇਸ ਕਰਕੇ ਜਿਹਦੇ ਵੀ ਵੱਜਦੇ ਉਹਦੇ ਪ੍ਰਾਣ ਨਿਕਲ ਜਾਂਦੇ ਸਨ। ਫਿਰ ਹਰ ਗੁਰ ਕਨ ਕੋ ਗਿਰਨੋ ਜੋਈ, ਦਲ ਥੋਰੇ ਬਰਖਾ ਵੱਡ ਹੋਈ। ਭਾਵੇਂ ਉਹਨਾਂ ਦੀ ਸੈਨਾ ਜਿਹੜੀ ਸੀ ਥੋੜੀ ਸੀ ਸ਼ਾਹਜਹਾਂ ਜੀ, ਪਰ ਉਹ ਵਰਖਾ ਦੇ ਵਾਂਗ ਤੀਰਾਂ ਨੂੰ ਮਾਰਦੇ ਸਨ ਜਿਵੇਂ ਮੀਂਹ ਪੈਂਦਾ ਹੈ। ਇਸ ਪ੍ਰਕਾਰ ਉਹਨਾਂ ਗੋਲੀਆਂ ਦੀ ਵਰਖਾ ਕੀਤੀ। ਜਦੋਂ ਨਭ ਕੇ ਉਰਨ ਕੀ ਸਮ ਪਰੇ, ਲਸ਼ਕਰ ਸੋ ਪਟ ਹਜ਼ਾਰੋਂ ਮਰੇ। ਤੀਰ ਐਵੇਂ ਡਿੱਗਦੇ ਸਨ ਜਿਵੇਂ ਅਸਮਾਨ ਤੋਂ ਗੜੇ ਡਿੱਗਦੇ ਨੇ। ਐਵੇਂ ਲਸ਼ਕਰ ਤੇ ਸੂਰਬੀਰ ਸਾਡੇ ਹਜ਼ਾਰਾਂ ਦੀ ਗਿਣਤੀ ਵਿੱਚ ਤੀਰਾਂ ਨਹੀਂ ਮਾਰ ਦਿੱਤੇ ਹਨ। ਜਿਤ ਚਲੈ ਲਗੇ ਤਨ ਥੋਰੀ, ਕੋ ਜਾਣੇ ਜਾਤੀ ਕਿਸ ਓਰੀ। ਕਹਿੰਦੇ ਅਸੀਂ ਵੀ ਗੋਲੀਆਂ ਚਲਾਉਂਦੇ ਸੀ ਬਹੁਤ, ਪਰ ਉਹਨਾਂ ਨੂੰ ਲੱਗਦੀਆਂ ਨਹੀਂ ਸੀ। ਪਤਾ ਨਹੀਂ ਸੀ ਲੱਗਦਾ ਕਿੱਧਰ ਨੂੰ ਜਾ ਰਹੀਆਂ ਹਨ। ਆਦਿਕ ਲਸ਼ਕਰ ਤਪ ਕਨ ਮਾਰਾ, ਬਹੁਰ ਮਿਲੇ ਨਿਕ ਸੀ ਕਰ ਵਾਰਾ।
ਕਹਿੰਦੇ ਅੱਧਾ ਕੁ ਤਾਂ ਲਸ਼ਕਰ ਉਹਨਾਂ ਨੇ ਸਾਡਾ ਬੰਦੂਕਾਂ ਨਾਲ ਹੀ ਮਾਰ ਦਿੱਤਾ। ਬਾਅਦ ਵਿੱਚ ਤਲਵਾਰਾਂ ਦੀ ਆਮੋ ਸਾਹਮਣੀ ਜੰਗ ਹੋਈ ਹੈ। ਮੁਗਲ ਖਾਨ ਕੀ ਗਲ ਸਮਸ਼ੇਰ ਟੂਟ ਪਈ ਕਿਤਨੀ ਤਸਵੀਰ। ਇਸ ਕਰਕੇ ਕਹਿੰਦੇ ਸਾਡੇ ਜਿਹੜੇ ਮੁਗਲ ਸੀ, ਪਠਾਨ ਸੀ, ਸਾਰੇ ਸੂਰਮੇ ਉਹਨਾਂ ਤੇ ਇਕੱਠੇ ਟੁੱਟ ਕੇ ਪੈ ਗਏ ਹਨ। ਜਦੋਂ ਮੁੜ ਕੇ ਭਟਕਿਆ ਲੋਕ ਗਵਾਰ ਮੈਂ ਜਾਣੇ ਵਿਦਿਆ ਹਥਿਆਰ। ਇਸ ਕਰਕੇ ਗੁਰੂ ਦੇ ਉਹ ਸੂਰਮੇ ਜਿਹੜੇ ਗਵਾਰ ਨੇ, ਜਿਹੜੇ ਪੜ੍ਹੇ ਲਿਖੇ ਨਹੀਂ ਬਿਲਕੁਲ ਵੀ, ਹਥਿਆਰ ਵਿਦਿਆ ਬਿਲਕੁਲ ਵੀ ਨਹੀਂ ਸੀ ਜਾਣਦੇ, ਉਹਨਾਂ ਨੇ ਜਦੋਂ ਫਿਰ ਅਨਕ ਜਾਤ ਕੇ ਕਰੇ ਕਥਾਏ ਦਲ ਕੋ ਕਰਨੀ ਨੌ ਸਮੁਦਾਏ। ਇਸ ਕਰਕੇ ਗੁਰੂ ਦੀ ਸੈਨਾ ਵਿੱਚ ਇੱਕ ਜਾਤ ਦੇ ਸੂਰਮੇ ਨਹੀਂ ਹੈਗੇ, ਯਾਹ ਬਨਾ ਅਨੇਕਾਂ ਹੀ ਜਾਤੀਆਂ ਦੇ ਲੋਕ ਇਕੱਠੇ ਕੀਤੇ ਹੋਏ ਨੇ ਤੇ ਉਹਨਾਂ ਨੇ ਦਲ ਬਣਾਇਆ ਹੋਇਆ ਹੈ। ਇੱਕ ਤਰ੍ਹਾਂ ਦੇ ਯੋਧੇ ਨਹੀਂ ਹੈਗੇ। ਜਿਵੇਂ ਕਿ ਇਹਨਾਂ ਦੇ ਪਾਸ ਪਠਾਨ ਸਨ, ਮੁਗਲ ਸਨ, ਤਾਂ ਸ਼ਾਹਜਹਾਂ ਨੂੰ ਕਹਿੰਦੇ ਉਹਨਾਂ ਦੇ ਪਾਸ ਵੱਖ-ਵੱਖ ਤਰ੍ਹਾਂ ਦੇ ਲੋਕ ਨੇ। ਉਹਨਾਂ ਨੇ ਇੱਕ ਦਲ ਬਣਾ ਕੇ ਸਾਡੇ ਨਾਲ ਜੰਗ ਕੀਤੀ ਹੈ। ਤਬ ਖੜਗਨ ਕੀ ਮਾਰ ਮਚਾਈ ਸੈਨਾ ਕਤਲ ਕਰੀ ਜਮ ਭਾਈ। ਤਲਵਾਰ ਦੀ ਮਾਰੋ ਮਾਰ ਮਚ ਗਈ ਆ। ਫਿਰ ਜਿਵੇਂ ਮਨ ਨੂੰ ਭਾਇਆ ਸਾਡੀ ਸੈਨਾ ਨੂੰ ਉਹਨਾਂ ਕਤਲ ਕਰ ਦਿੱਤਾ ਹੈ। ਪਰਿਓ ਆਪ ਟੋਲਿਓ ਹਮਾਰੇ ਕਰੇ ਪ੍ਰਹਾਨ ਨਿਰਪ ਕੋ ਮਾਰੇ। ਇਸ ਕਰਕੇ ਪਤਾ ਨਹੀਂ ਕੀ ਹੋ ਗਿਆ, ਅਜਬ ਸ਼ਕਤੀ ਜਾਪੀ ਹੈ। ਕਮਾਣਾ ਤੋਂ ਤਲਵਾਰਾਂ ਕੱਢਦੇ ਧਰਤੀ ਤੇ ਡਿੱਗ ਪੈਂਦੀਆਂ। ਸਾਡੇ ਲੋਹੇ ਨੇ ਸਾਡਾ ਸਾਥ ਨਹੀਂ ਦਿੱਤਾ। ਵੈਰੀਆਂ ਨੇ ਮਾਰਨ ਵਾਸਤੇ ਸਾਨੂੰ ਬੜੇ ਵਾਰ ਕੀਤੇ ਹਨ। ਗਜਬ ਤਮਾਚਾ ਅਜਬ ਗੁਜ਼ਾਰਾ ਇਸ ਬਦ ਰਾਵਰ ਲਸਕਰ ਮਾਰਾ। ਇਸ ਕਰਕੇ ਅਸੀਂ ਹਥਿਆਰਾਂ ਦੇ ਹੁੰਦੇ ਨੇ ਹੱਥੇ ਜਾਪਦੇ ਸੀ, ਇਉਂ ਲੱਗਦਾ ਸੀ ਪਤਾ ਨਹੀਂ ਕਿਸ ਨੇ ਕਹਿਰ ਕੀਤਾ ਹੈ, ਐਵੇਂ ਤੁਹਾਡਾ ਲਸ਼ਕਰ ਮਾਰਿਆ ਗਿਆ ਜਾਂ ਪਨਾ ਜੀ। ਮੁਗਲ ਸਖਾਨ ਗੁਰੂ ਹਨਿਓ ਪਇਓ ਕੋਪ ਹਜ਼ਰਤ ਜਬ ਸੁਣਿਓ। ਜਿਹੜਾ ਤੁਹਾਡਾ ਭੇਜਿਆ ਹੋਇਆ ਸਰਦਾਰ ਸੀ, ਜੀਤੇ ਤੁਹਾਨੂੰ ਮਾਣ ਸੀ, ਮੁਗਲਿਸ ਖਾਂ, ਉਹਨੂੰ ਗੁਰੂ ਨੇ ਮਾਰ ਦਿੱਤਾ ਹੈ। ਜਦੋਂ ਬਾਦਸ਼ਾਹ ਨੇ ਸੁਣਿਆ ਨਾ, ਬੜੇ ਗੁੱਸੇ ਵਿੱਚ ਆ ਗਿਆ ਸ਼ਾਹਜਹਾਂ, ਮਾਨੋ ਦਾ ਕ੍ਰੋਧ ਨਾਲ ਭਰ ਗਿਆ ਹੈ। ਇਸ ਬਿਦ ਜੇ ਗੁਰ ਕਰੇ ਟਠਾਈ ਸਗਰੇ ਦੇਸ ਫਤੂਰ ਉਠਾਏ। ਉਹ ਜਿਹੜੇ ਭਗੌੜੇ ਆਏ ਸੀ ਕਹਿਣ ਲੱਗੇ ਜੇ ਤੁਸੀਂ ਗੁਰੂ ਨੂੰ ਨਾ ਫੜਿਆ ਨਾ, ਉਹ ਫਤੂਰ ਮਚਾ ਦੇਗਾ, ਤੁਹਾਡੀ ਗੱਦੀ ਤੇ ਆ ਕੇ ਬਹਿ ਜਾਏਗਾ। ਇਸ ਕਰਕੇ ਗੁਰੂ ਦਾ ਕੋਈ ਹੱਲ ਕਰ ਦੇਵੋ ਹੁਣ। ਬੰਦੇ ਕੈ ਮਾਰੇ ਨਹੀਂ ਜਾਵਦ ਦੇਸ ਰੂ ਹਮ ਕੋ ਸ਼ਾਂਤ ਨ ਤਾਵਤ। ਜਦੋਂ ਤੱਕ ਗੁਰੂ ਨੂੰ ਫੜਦੇ ਨਹੀਂ, ਕੈਦ ਨਹੀਂ ਕਰਦੇ ਜਾਂ ਮਾਰਦੇ ਨਹੀਂ, ਉਦੋਂ ਤੱਕ ਦੇਸ਼ ਵਿੱਚ ਸ਼ਾਂਤੀ ਨਹੀਂ ਨਸੀਬ ਹੋਵੇਗੀ। ਗਨ ਉਮਰਾਵ ਸਮੀਪ ਬੁਲਾਏ ਜਨਮੇ ਮੁਖ ਵਜ਼ੀਰ ਖਾਂ ਆਏ। ਪਰ ਬਾਦਸ਼ਾਹ ਗੁੱਸੇ ਵਿੱਚ ਆ ਗਿਆ। ਉਹਨੇ ਵੱਡੀ ਗਿਣਤੀ ਵਿੱਚ ਨਾ ਵਜ਼ੀਰਾਂ ਨੂੰ ਆਪਦੇ ਕੋਲ ਬੁਲਾਇਆ, ਜਿਨ੍ਹਾਂ ਵਿੱਚ ਮੁਖੀ ਸੀ ਵਜ਼ੀਰ ਖਾਂ, ਉਹ ਵੀ ਆਇਆ ਹੈ। ਜਹਾਂਗੀਰ ਕੇ ਨਗਟਰ ਹੰਤਾ ਮਾਨੇ ਹਜ਼ਰਤ ਜਥਾ ਕਹੰਤਾ। ਜਿਹੜਾ ਕਿ ਜਹਾਂਗੀਰ ਦੇ ਪਾਸ ਰਹਿੰਦਾ ਹੁੰਦਾ ਸੀ, ਇਹ ਗੁਰੂ ਜੀ ਦਾ ਬੜਾ ਸਤਿਕਾਰ ਕਰਦਾ ਸੀ ਵਜ਼ੀਰ ਖਾਂ। ਬਾਦਸ਼ਾਹ ਦੀ ਹਰ ਗੱਲ ਮੰਨਦਾ ਸੀ, ਸਲਾਹਕਾਰ ਸੀ ਬਾਦਸ਼ਾਹ ਦਾ। ਬੋਲਿਓ ਸਾਹੋ ਸਭ ਪਿੰਨ ਕੇ ਸੰਗ ਸੁਣਿਓ ਹੋਏ ਤਮ ਗੁਰੂ ਪ੍ਰਸੰਗ। ਬਾਦਸ਼ਾਹ ਨੇ ਆਪਦੇ ਸਾਰੇ ਵਜ਼ੀਰਾਂ ਨੂੰ ਕੋਲ ਬਿਠਾਇਆ, ਕਹਿਣ ਲੱਗਾ ਦੇਖੋ ਹੁਣ ਗੁਰੂ ਦਾ ਤੁਸੀਂ ਸਾਰਾ ਪ੍ਰਸੰਗ ਇਹਨਾਂ ਤੋਂ ਸੁਣ ਲਿਆ ਹੈ। ਮਹਾਸਤਰ ਸਭ ਕੀਨੀ ਬਾਤ ਸੈਨਾ ਪਠੀ ਭਈ ਸਭ ਘਾਤ। ਕਹਿਣ ਲੱਗਾ ਗੁਰੂ ਨੇ ਕਿੱਡੇ ਵੈਰ ਵਾਲੀ ਗੱਲ ਕੀਤੀ ਆ, ਮੇਰੀ ਸਾਰੀ ਫੌਜ ਮਾਰ ਦਿੱਤੀ ਆ, ਦੱਸੋ ਹੁਣ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ। ਕਹਿੰਦਾ ਹੁਣ ਵੱਡੇ ਵੱਡੇ ਉਮਰਾਵ ਭੇਜਾਂਗਾ, ਵੱਡੀਆਂ ਵੱਡੀਆਂ ਤੋਪਾਂ ਭੇਜਾਂਗਾ, ਇਸ ਵਾਰ ਜਮੂਰੇ ਲੈ ਕੇ ਜਾਣਗੇ ਉਹ ਤੋਪਾਂ ਨੂੰ। ਫਿਰ ਜੈਨ ਕੋ ਕਰੋ ਸੰਘਾਰ ਹੋਏ ਤਦਰਾਦਕ ਕਰਵੈ ਰਾਰ। ਇਹ ਵੱਡੀਆਂ ਤੋਪਾਂ ਫਿਰ ਗੁਰੂ ਦਾ ਨਾਸ ਕਰ ਦੇਣਗੀਆਂ, ਇਹ ਲੜਨਗੀਆਂ ਲੜਾਈ, ਫਿਰ ਮੇਰੀ ਫਤਿਹ ਹੋਵੇਗੀ, ਜਿੱਤ ਹੋ ਜਾਵੇਗੀ। ਦਿਓ ਬਾਰਿਸ਼ੋ ਦਿਓ ਨਾ ਕੋਈ
ਅਯੋ ਲਹੋ ਲਸਕਰ ਸੰਗ ਸੋਈ। ਜਿਹੜਾ ਬਾਜ ਲਿਆ ਹੈ ਉਹ ਵਾਪਸ ਨਹੀਂ ਦਿੱਤਾ। ਇਸ ਪ੍ਰਕਾਰ ਅੜਿਆ ਤੇ ਲਸ਼ਕਰ ਦੇ ਨਾਲ ਲੜਾਈ ਕੀਤੀ ਹੈ। ਸਭ ਉਮਰ ਰਾਮ ਕਹਿਓ ਸੁਣਾਏ, ਜਾਉ ਰਾਵਰ ਕੀ ਹੋਏ ਰਜਾਏ। ਬਾਕੀ ਸਾਰੇ ਵਜ਼ੀਰਾਂ ਨੇ ਹਾਮੀ ਭਰ ਦਿੱਤੀ। ਕਹਿੰਦੇ ਹਾਂ ਬਾਦਸ਼ਾਹ, ਐਵੇਂ ਹੀ ਕਰੋ ਜਿਵੇਂ ਤੁਹਾਡਾ ਦਿਲ ਚਾਹੁੰਦਾ ਹੈ। ਇਉਂ ਕਰੋ ਕਿ ਤੋਪਾਂ ਭੇਜ ਦੇਵੋ ਗੁਰੂ ਤੇ, ਸੈਨਾ ਦੀ ਚੜ੍ਹਾਈ ਕਰ ਦੇਵੋ, ਫਿਰ ਤੁਹਾਡੀ ਜਿੱਤ ਹੋ ਜਾਏਗੀ। ਸੁਣ ਤਾ ਵਜ਼ੀਰ ਖਾਨ ਕਰ ਜੋਰੇ, ਤੁਮਰੇ ਬਾਜ ਨਹੀਂ ਕਿਤ ਥੋਰੇ। ਫਿਰ ਜਿਹੜਾ ਮੁਖੀ ਵਜ਼ੀਰ ਸੀ ਸ਼ਾਹਜਹਾਂ ਦਾ, ਜਿਹਦਾ ਨਾਮ ਵਜ਼ੀਰ ਖਾਂ, ਇਹ ਗੁਰੂ ਮਹਾਰਾਜ ਦਾ ਬਹੁਤ ਸਤਿਕਾਰ ਕਰਦਾ ਸੀ। ਪਹਿਲਾਂ ਤੋਂ ਹੀ ਉੱਠ ਕੇ ਖੜਾ ਹੋ ਗਿਆ, ਸਭਾ ਦੇ ਵਿੱਚ ਹੱਥ ਜੋੜ ਕੇ ਕਹਿਣ ਲੱਗਾ, ਕਹਿੰਦਾ ਬਾਦਸ਼ਾਹ ਜੀ, ਤੁਹਾਡੇ ਪਾਸ ਕਿਤੇ ਕੋਈ ਬਾਜਾਂ ਦਾ ਘਾਟਾ ਹੈ? ਤੁਹਾਡੇ ਪਾਸ ਬਾਜਾਂ ਦੀ ਕੋਈ ਕਮੀ ਨਹੀਂ ਹੈ। ਨਾਨਕ ਬਲੈਤ ਤੇ ਚੱਲ ਆਵੇ, ਲਿਓ ਮੰਗਾਏ ਜੇ ਤਕ ਮਨ ਭਾਵੈ। ਤੁਸੀਂ ਇੱਕ ਬਾਜ ਦੀ ਖਾਤਰ ਆਪਣੀ ਇੰਨੀ ਫੌਜ ਕਿਉਂ ਮਰਵਾ ਰਹੇ ਹੋ? ਹੋਰ ਕੋਈ ਬਾਜ ਦੇ ਜਾਵੇਗਾ, ਅਨੇਕਾਂ ਵਲੈਤ ਤੋਂ ਹੋਰ ਲੈ ਆਵਾਂਗੇ, ਜਿੰਨੇ ਮਰਜ਼ੀ ਚਾਹੋ ਉਹਨੇ ਮੰਗਵਾ ਦੇਵਾਂਗੇ। ਪਿਤਾ ਆਪ ਕੇ ਢਗ ਗੁਰ ਗਏ, ਕਿੰਚ ਬੇਗ ਮੈਂ ਲਿਆਵਤ ਭੈ। ਗੁਰੂ ਜੀ ਆਪ ਜੀ ਦੇ ਪਿਤਾ ਜੀ ਦੇ ਪਾਸ ਗਏ ਸਨ, ਛੇਵੇਂ ਪਾਤਸ਼ਾਹ ਹਰਗੋਬਿੰਦ ਜੀ। ਕਿੰਚ ਬੇਗ ਤੇ ਮੈਂ ਉਹਨਾਂ ਨੂੰ ਲੈ ਕੇ ਆਏ ਸੀ ਤੁਹਾਡੇ ਪਿਤਾ ਜੀ ਦੇ ਪਾਸ। ਚੰਦੂ ਦਵਾਨ ਪਾਏ ਬਣਾਏ, ਦੁਰਗ ਗਵਾਲੀਅਰ ਦੀਏ ਪਚਾਏ। ਬਾਦਸ਼ਾਹ ਜੀ, ਤੁਹਾਨੂੰ ਗੁਰੂ ਦੀ ਮਹਿਮਾ ਦਾ ਜੇ ਪਤਾ ਨਹੀਂ, ਮੈਂ ਤੁਹਾਨੂੰ ਦੱਸਦਾ ਹਾਂ। ਚੰਦੂ ਨੇ ਧੋਖੇ ਦੇ ਨਾਲ ਇਹਨਾਂ ਨੂੰ ਗਵਾਲੀਅਰ ਦੇ ਕਿਲੇ ਵਿੱਚ ਭੇਜ ਦਿੱਤਾ ਸੀ। 40 ਦਿਵਸ ਬੀਤ ਗਏ ਜਬਹੁ, ਨਿਸਮੇ ਸ਼ੇਰ ਆਏ ਦਵਾਏ ਤਬਹੁ। ਜਦੋਂ ਤੁਹਾਡੇ ਪਿਤਾ ਨੇ ਇਹਨਾਂ ਨੂੰ 40 ਦਿਨ ਤੋਂ ਵੱਧ ਕੈਦ ਕੀਤਾ, ਫਿਰ ਰਾਤ ਨੂੰ ਉਹ ਸ਼ੇਰ ਆਉਂਦੇ ਸਨ ਇਹਨਾਂ ਦੇ ਸਿੱਖ ਬਣ ਕੇ, ਉਹ ਬਾਦਸ਼ਾਹ ਦੀ ਛਾਤੀ ਤੇ ਪੈਰ ਧਰਦੇ ਸਨ। ਫਿਰ ਹਜ਼ਰਤ ਕੀ ਸਾਥੀ ਧਰ ਪਾਏ, ਡਰ ਕਰ ਸਤਗੁਰ ਕੋ ਚਿਤ ਲਿਆਏ। ਉਦੋਂ ਫਿਰ ਜਹਾਂਗੀਰ ਬਾਦਸ਼ਾਹ ਡਰ ਗਿਆ ਤੇ ਉਹਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਧਿਆਨ ਨੂੰ ਚਿੱਤ ਲਾਇਆ, ਯਾਦ ਕੀਤਾ। ਫਿਰ ਦੋਨੋਂ ਹਾਥਨ ਗੈਰ ਮਾਗਹਿ ਰੁਮਾਲ, ਗੁਰੂ ਹਟਾਵੇ ਬਲ ਕੇ ਨਾਲ। ਦੋਵਾਂ ਹੱਥਾਂ ਦੇ ਵਿੱਚ ਗੁਰੂ ਜੀ ਨੇ ਰੁਮਾਲ ਫੜ ਕੇ ਫਿਰ ਆਪਣੀ ਤਾਕਤ ਦੇ ਨਾਲ ਸ਼ੇਰ ਹਟਾਏ, ਉਹਨਾਂ ਨੂੰ ਦੜਾ ਦਿੱਤਾ। ਹੁਣ ਆਵਾਜ਼ ਕੇ ਸੁਣ ਹੈ ਐਸੇ, ਗੁਰੂ ਹੰਕਾਰਿਓ ਜੈਸੇ ਕੈਸੇ। ਇਸ ਪ੍ਰਕਾਰ ਛੇਵੇਂ ਪਾਤਸ਼ਾਹ ਜੀ ਨੇ ਤੁਹਾਡੇ ਪਿਤਾ ਦੀ ਰੱਖਿਆ ਕੀਤੀ ਸੀ, ਉਹਨਾਂ ਨੂੰ ਸ਼ੇਰਾਂ ਤੋਂ ਬਚਾਇਆ ਜਿਹੜੇ ਸੁਪਨੇ ਵਿੱਚ ਆਉਂਦੇ ਸਨ। ਮੋਤ ਪ੍ਰਾਤ ਕੇ ਮੋਹੇ ਬੁਲਾਏ, ਨਿਜ ਪ੍ਰਸੰਗ ਕੋ ਸਰਬ ਸੁਣਾਇਓ। ਫਿਰ ਬਾਦਸ਼ਾਹ ਨੇ ਸਾਰੀ ਗੱਲ ਮੈਨੂੰ ਦੱਸੀ, ਕਿਵੇਂ ਮੈਨੂੰ ਸੁਪਨੇ ਆਉਂਦੇ ਨੇ, ਰਾਤ ਨੂੰ ਮੈਂ ਡਰ ਜਾਨਾ, ਪਰ ਜਦੋਂ ਮੈਂ ਗੁਰੂ ਨੂੰ ਯਾਦ ਕਰਦਾ ਉਹ ਮੈਨੂੰ ਆ ਕੇ ਬਚਾ ਲੈਂਦੇ ਹਨ। ਲੈਣ ਹੀਤ ਸਭ ਮੋਹੇ ਪਠਾਵਾ, ਦਾਨ ਸ਼ੇਰ ਨਾ ਫੇਰ ਦਿਖਾਵਾ। ਫਿਰ ਮੈਂ ਬਾਦਸ਼ਾਹ ਦੇ ਕਹਿਣ ਤੇ ਉਹਨਾਂ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਜਾ ਕੇ ਰਿਹਾ ਕਰਵਾਇਆ। ਐਵੇਂ ਫਿਰ ਮੈਨੂੰ ਨੂੰ ਭਿਆਨਕ ਸ਼ੇਰਾਂ ਫਿਰ ਨੇ ਦਿਖਾਈ ਨਹੀਂ ਦਿੱਤੇ। ਬਾਅਦ ਵਿੱਚ ਸੁਪਨੇ ਵਿੱਚ ਗੁਰੂ ਨੇ ਕਿਰਪਾ ਕਰ ਦਿੱਤੀ। ਕੇ ਕਹੇ 52 ਰਾਜੇ, ਸੂਰ ਦੀਏ ਆਪਣੇ ਸੁਖ ਕਾਜੇ। ਤੁਹਾਡੇ ਪਿਤਾ ਨੇ ਇਹਨਾਂ ਦੇ ਕਹਿਣ ਤੇ ਹੀ 52 ਰਾਜੇ ਛੱਡਤੇ ਸੀ, ਜਿਨ੍ਹਾਂ ਨੂੰ ਕੈਦ ਕੀਤਾ ਸੀ। ਇਸ ਕਰਕੇ ਤੁਸੀਂ ਗੁਰੂ ਦੀ ਮਹਾਨਤਾ ਨੂੰ ਸਮਝ ਨਹੀਂ ਰਹੇ। ਜਹਾਂ ਪਨਾਹ ਸਮਝੋ ਤੁਹਾਡੇ ਪਿਤਾ ਜੀ ਨੇ ਕਿੰਨਾ ਇਹਨਾਂ ਦਾ ਅਦਬ ਕੀਤਾ। ਇਹਨਾਂ ਦੇ ਕਹਿਣ ਤੇ ਉਹ ਰਾਜੇ ਜਿਨ੍ਹਾਂ ਨੂੰ ਬੜਾ ਮਸਾਂ ਮਸ਼ੱਕਤ ਦੇ ਨਾਲ ਕੈਦ ਕੀਤਾ ਸੀ, ਉਹ ਵੀ ਛੱਡ ਦਿੱਤੇ। ਨਿਕਟ ਬੁਲਾਈ ਅਦਕ ਸੋਧ ਮਾਨੇ, ਜਬਰ ਜਵਾਹਰ ਅਰਪਨ ਠਾਨੇ। ਫਿਰ ਗੁਰੂ ਮਹਾਰਾਜ ਨੂੰ ਗਵਾਲੀਅਰ ਦੇ ਕਿਲੇ ਚੋਂ ਰਿਹਾ ਕਰਕੇ ਬਹੁਤ ਮਾਣ ਸਨਮਾਨ ਕੀਤਾ। ਬੜੇ ਹੀਰੇ ਜਵਾਹਰਾਤ ਭੇਟ ਕੀਤੇ ਸਨ। ਤਿਨ ਕੇ ਕਹੇ ਚੰਦੂ ਗਵਾਇਓ, ਪਿਤਾ ਬੈਰ ਤੇ ਗੁਰ ਮਰਵਾਇਓ। ਫਿਰ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਮੁੱਖ ਦੋਸ਼ੀ ਚੰਦੂ, ਉਹਨੂੰ ਫੜਾਇਆ। ਪਿਤਾ ਜੀ ਦਾ ਵੈਰ ਕਰਕੇ ਗੁਰੂ ਜੀ ਨੇ ਫਿਰ ਉਹਦਾ ਕਤਲ ਕੀਤਾ, ਉਹਨੂੰ ਮਾਰ ਦਿੱਤਾ। ਕਰਾਮਾਤ ਕੋ ਧਨੀ ਵਡੇਰੇ,
ਕਰੇ ਬਾਗ ਤੇ ਹਤੇ ਕਨੇਰੇ। ਇਸ ਕਰਕੇ ਨਾ ਗੁਰੂ ਮਹਾਰਾਜ ਜੀ ਦੇ ਬਚਨਾਂ ਦੇ ਵਿੱਚ ਬੜੀ ਸ਼ਕਤੀ ਹੈ। ਸ਼ਾਹਜਹਾਂ ਜੀ ਵਜ਼ੀਰ ਖਾਂ ਕਹਿਣ ਲੱਗਾ, ਜਿਹੜਾ ਵੀ ਬਚਨ ਕਰਦੇ ਨੇ ਪੂਰਾ ਹੋ ਜਾਂਦਾ ਹੈ। ਹੋ ਸਕਦਾ ਤੁਸੀਂ ਇਹਨਾਂ ਦੀ ਮਹਿਮਾ ਤੋਂ ਅਣਜਾਣ ਹੋਵੋ, ਇਹ ਦਰਬਾਰੀ ਨਹੀਂ ਜਾਣਦੇ, ਮੈਂ ਤੁਹਾਡੇ ਪਿਤਾ ਦੇ ਨਾਲ ਰਿਹਾ, ਮੈਂ ਜਾਣਦਾ ਹਾਂ। ਤਾਂ ਵਜ਼ੀਰ ਖਾਂ ਨੇ ਫਿਰ ਸਾਰੀ ਗੁਰੂ ਜੀ ਦੀ ਮਹਿਮਾ ਸਭਾ ਦੇ ਵਿੱਚ ਦੱਸ ਦਿੱਤੀ ਹੈ। ਸੰਗ ਰੱਖੀ ਆਪਣੇ ਤ੍ਰਿੰਕਲ, ਨਿਜ ਸੈਨਾ ਦੀ ਕਰ ਸੰਗ ਨਾਲ। ਇਸ ਕਰਕੇ ਜਿਹੜੇ ਬਾਦਸ਼ਾਹ ਜਹਾਂਗੀਰ ਸੀ ਨਾ, ਉਹਨਾਂ ਨੇ ਗੁਰੂ ਜੀ ਨੂੰ ਆਪਣੇ ਕੋਲ ਰੱਖਿਆ, ਨਾਲੇ ਆਪਣੀ ਸੈਨਾ ਦਿੱਤੀ ਹੈ ਉਹਨਾਂ ਨੂੰ। ਕਰਤ ਹੋ ਸਭ ਰੀਤ ਉਦੈਕ, ਪੈ ਕਰ ਪ੍ਰੇਮ ਰਹਿ ਸੰਗ ਸਹਿਬ। ਹਰ ਰੀਤੀ ਦੇ ਨਾਲ ਬੜਾ ਆਦਰ ਕੀਤਾ ਤੁਹਾਡੇ ਪਿਤਾ ਜੀ ਨੇ, ਪ੍ਰੇਮ ਵੇਖ ਕੇ ਗੁਰੂ ਜੀ ਦੇ ਨਾਲ ਰਹੇ ਹਨ। ਜੋ ਤੁਮ ਜਾਣਤ ਹੋ ਸਭ ਭਾਂਤ, ਕਹੋ ਸੁਣਾਵੋ ਮੈਂ ਕਰ ਬਾਤ। ਇਸ ਕਰਕੇ ਜਹਾਂਪਨਾ ਤੁਸੀਂ ਜਾਣੀ ਜਾਣ ਹੋ, ਸਾਰੀਆਂ ਗੱਲਾਂ ਸਮਝਦੇ ਹੋ, ਗੁਰੂ ਦੀ ਮਹਿਮਾ ਤੋਂ ਆਪ ਜੀ ਅਣਜਾਣ ਨਹੀਂ ਹੋ। ਰਾਵਰ ਕੇ ਸਰੀਰ ਕੀ ਖੈਰ, ਚਾਹੇ ਸਦਾ ਨਾ ਕਰੋ ਗੁਰਬੈਰ। ਕਹਿੰਦੇ ਇਸ ਕਰਕੇ ਤੁਹਾਨੂੰ ਸੁੱਖ ਚਾਹੀਦਾ ਹੈ, ਜੇ ਆਪਣੇ ਸਰੀਰ ਦੀ ਖੈਰੀਅਤ ਚਾਹੀਦੀ ਹੈ ਤਾਂ ਅਸੀਂ ਚਾਹੁੰਦੇ ਹਾਂ ਤੁਸੀਂ ਗੁਰੂ ਦੇ ਨਾਲ ਵੈਰ ਨਾ ਕਮਾਓ। ਜਿਨ੍ਹਾਂ ਨੇ ਵੀ ਗੁਰੂ ਮਹਾਰਾਜ ਦੇ ਨਾਲ ਮੱਥਾ ਲਾਇਆ ਉਹਨਾਂ ਦਾ ਨਾਸ਼ ਹੋ ਗਿਆ ਹੈ। ਅਜਮਤ ਜੁਤ ਸ੍ਰੀ ਨਾਨਕ ਗਾਦੀ, ਕਰੇ ਸੇਵ ਬਣੀਅਤ ਅਹਲਾਦੀ। ਇਸ ਕਰਕੇ ਕਹਿੰਦੇ ਜਿਹੜੀ ਇਹ ਗੱਦੀ ਹੈ ਨਾ, ਜਿੱਤੇ ਛੇਵੇਂ ਪਾਤਸ਼ਾਹ ਜੀ ਬੈਠੇ ਹਨ ਹਰਗੋਬਿੰਦ ਜੀ, ਉਹ ਗੁਰੂ ਨਾਨਕ ਦੇਵ ਜੀ ਦੀ ਗੱਦੀ ਆ। ਜਿਹੜਾ ਵੀ ਇੱਥੇ ਆ ਕੇ ਬਹਿੰਦਾ ਹੈ ਉਹ ਮਹਾਨ ਬਣ ਜਾਂਦਾ, ਉਹ ਸੇਵਾ ਕਰਕੇ ਸ਼ਕਤੀਆਂ ਪਾ ਲੈਂਦਾ ਹੈ। ਵਿਗਰਨ ਤੇ ਪਾਏ ਨਾ ਕਲਿਆਣ, ਇਸ ਤੇ ਸਾਰੇ ਬਿਦਤ ਜਹਾਨ। ਕਹਿੰਦੇ ਤਾਂ ਸਾਰੀ ਦੁਨੀਆ ਜਾਣਦੀ ਆ, ਜਿਹਨੇ ਵੀ ਗੁਰੂ ਨਾਨਕ ਜੀ ਦੀ ਗੱਦੀ ਦੇ ਨਾਲ ਮੱਥਾ ਲਾਇਆ ਉਹਨੂੰ ਕਦੇ ਵੀ ਸੁੱਖ ਨਹੀਂ ਮਿਲਦਾ, ਬਾਦਸ਼ਾਹ ਜੀ ਕਲਿਆਣ ਨਹੀਂ ਹੁੰਦਾ ਉਸਦਾ। ਮੀਆਂ ਮੀਰ ਪੀਰ ਕਬੀਰ, ਮਾਨੇ ਤੁਰਕਾ 9 ਲੱਖ ਤੀਰ। ਪਰ ਵਜ਼ੀਰ ਖਾਂ ਨੇ ਹੋਰ ਤਰੀਕੇ ਨਾਲ ਸਮਝਾਇਆ ਹੈ, ਕਹਿੰਦਾ ਸ਼ਾਹਜਹਾਂ ਜੀ ਦੇਖੋ ਬਾਦਸ਼ਾਹ ਜੀ, ਸਾਈਂ ਮੀਆਂ ਮੀਰ ਜੀ ਕਿੱਡੇ ਵੱਡੇ ਪੀਰ ਹਨ ਮੁਸਲਮਾਨਾਂ ਦੇ ਵਿੱਚ, ਕਿੰਨੀ ਉਹ ਬੰਦਗੀ ਕਰਦੇ ਨੇ। ਵੱਡੇ ਵੱਡੇ ਆ ਕੇ ਲੋਕ ਅਮੀਰ ਸ਼ਹਿਜ਼ਾਦੇ ਉਹਨਾਂ ਨੂੰ ਨਿਮਦੇ ਨੇ, ਝੁਕਦੇ ਉਹਨਾਂ ਅੱਗੇ, ਪਰ ਸਾਈਂ ਮੀਆਂ ਮੀਰ ਜੀ ਦਾ ਗੁਰੂ ਨਾਲ ਬੜਾ ਪਿਆਰ ਹੈ। ਜਿਨੋ ਅਦੈਬ ਕੇਤਕ ਰਾਖਾ, ਤੂੰ ਪੁੱਛਾ ਗੁਰ ਜਸਵਤ ਭਾਖਾ। ਇਸ ਕਰਕੇ ਸਾਈਂ ਮੀਆਂ ਮੀਰ ਜੀ ਗੁਰੂ ਜੀ ਦਾ ਬਹੁਤ ਆਦਰ ਕਰਦੇ ਨੇ ਤੇ ਗੁਰੂ ਜੀ ਇਹਨਾਂ ਨੂੰ ਬਹੁਤ ਪਿਆਰ ਕਰਦੇ ਨੇ। ਤੁਸੀਂ ਉਹਨਾਂ ਦੇ ਪਾਸੋਂ ਪੁੱਛਿਆ ਹੀ ਸੀ ਗੁਰੂ ਜੀ ਦੇ ਜਸ ਬਾਰੇ, ਆਪ ਸਭ ਜਾਣੀ ਜਾਣ ਹੋ। ਗੁਰੂ ਖੁਦਾਏ ਕੋ ਰੂਪ ਬਤਾਏ, ਸਕਲ ਪੀਰ ਜੈ ਨਿਸ ਦਿਨ ਧਿਆਏ। ਇਸ ਕਰਕੇ ਉਹਨਾਂ ਨੇ ਗੁਰੂ ਜੀ ਨੂੰ ਖੁਦਾ ਦਾ ਰੂਪ ਦੱਸਿਆ ਸੀ। ਜਦੋਂ ਮੁਸਲਮਾਨ ਇਕੱਠੇ ਹੋ ਕੇ ਗਏ ਸੀ, ਜਿਹੜੀਆਂ ਸੰਗਤਾਂ ਨੇ ਲੜੀਵਾਰ ਕਥਾ ਸੁਣੀਆਂ ਉਹ ਜਾਣਦੇ ਨੇ ਕਿ ਸਾਈਂ ਮੀਆਂ ਮੀਰ ਜੀ ਦੇ ਪਾਸ ਨਾ ਨਮਾਜੀ ਮੁਸਲਮਾਨ ਇਕੱਠੇ ਹੋ ਕੇ ਚਲੇ ਗਏ। ਕਹਿੰਦੇ ਸਨ ਤੁਸੀਂ ਕਿਉਂ ਗੁਰੂ ਕੋਲ ਜਾਂਦੇ ਹੋ, ਅਸੀਂ ਤੁਹਾਡੇ ਕੋਲ ਆਉਂਦੇ ਹਾਂ। ਤੁਸੀਂ ਇਹਨਾਂ ਗੁਰੂ ਨਾਲ ਪਿਆਰ ਕਿਉਂ ਕਰਦੇ ਹੋ, ਮੁਸਲਮਾਨ ਹੋ ਤੁਸੀਂ, ਸਿੱਖਾਂ ਦੇ ਗੁਰੂ ਕੋਲ ਕਿਉਂ ਜਾਂਦੇ ਹੋ, ਸੋਭਾ ਨਹੀਂ ਦਿੰਦਾ। ਉਦੋਂ ਉਹਨਾਂ ਕੀ ਜਵਾਬ ਦਿੱਤਾ ਸੀ, ਬਾਦਸ਼ਾਹ ਜੀ ਯਾਦ ਕਰੋ, ਉਹਨਾਂ ਆਖਿਆ ਸੀ ਇਹ ਗੁਰੂ ਨਹੀਂ, ਇਹ ਰੱਬ ਨੇ, ਇਹ ਪਰਮੇਸ਼ਰ ਨੇ, ਤਾਂ ਤੁਸੀਂ ਉਹਨਾਂ ਗੱਲਾਂ ਨੂੰ ਕਿਉਂ ਭੁਲਾਇਆ ਹੈ। ਜੇਰ ਸਕਾਲ ਸ੍ਰੀ ਹਰਿ ਗੋਬਿੰਦ, ਕਹੇ ਕੋ ਬਾਗ ਬਨ ਸਤਰ ਮਨੰਦਾ। ਇਸ ਕਰਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਰਸਨਾ ਤੇ ਰੱਬ ਵਸਦਾ ਹੈ, ਜੋ ਕਹਿੰਦੇ ਨੇ ਪੂਰਾ ਹੋ ਜਾਂਦਾ ਹੈ। ਕਿਉਂ ਤੁਸੀਂ ਉਹਨਾਂ ਨਾਲ ਵੈਰ ਕਮਾਉਂਦੇ ਹੋ। ਉਹਨਾਂ ਪਾਏ ਨਹੀਂ ਬਣ ਹੈ ਕੋਈ, ਮਿਟੈ ਨਹੀਂ ਸਫਲ ਸੋ ਹੋਈ। ਜੇ ਗੁਰੂ ਨੇ ਕਿਤੇ ਤੁਹਾਡੇ ਖਿਲਾਫ ਕੋਈ ਮੂੰਹ ਦੇ ਵਿੱਚੋਂ ਗੱਲ ਆਖ ਦਿੱਤੀ, ਫਿਰ ਕੀ ਬਣੇਗਾ ਤੁਹਾਡਾ। ਉਹਨਾਂ ਦਾ ਕਿਆ ਮਿਟਣਾ ਨਹੀਂ ਪੂਰਾ ਹੋਵੇਗਾ। ਰਹੀ ਬਾਜ ਦੀ ਗੱਲ, ਆਪਾਂ ਹੋਰ ਲੈ ਆਵਾਂਗੇ, ਬਲੈਤ ਤੋਂ ਹੋਰ ਮੰਗਵਾ ਲਵਾਂਗੇ ਜੀ। ਉਸਨ ਸਰੀਰ ਆਪ ਕੀ ਚਹੀ,
ਜਾਤੇ ਮੈਂ ਤੁਮ ਸੋ ਐਮ ਕਹੀ। ਇਵੇਂ ਵਜ਼ੀਰ ਖਾਂ ਕਹਿੰਦਾ ਸਾਨੂੰ ਬਾਜ ਨਹੀਂ ਤੁਹਾਡਾ ਸੁੱਖ ਚਾਹੀਦਾ ਜਹਾਂ ਪਨਾਹ ਜੀ। ਬਾਦਸ਼ਾਹ ਜੀ ਜੇ ਤੁਸੀਂ ਹੋ ਤਾਂ ਬਾਜ ਹੋਰ ਆ ਜਾਣਗੇ, ਤੁਹਾਡੀ ਖੈਰ ਚਾਹੀਦੀ ਆ, ਸੁੱਖ ਚਾਹੀਦੀ ਹੈ। ਆਗੇ ਮਾਲਕ ਆਪ ਵਿਚਾਰੋ, ਆਪਣੀ ਭਲੀ ਬੁਰੀ ਨਿਰਤਾਰੋ। ਅੱਗੇ ਕਹਿੰਦੇ ਕਹਿਣਾ ਮੇਰਾ ਫਰਜ਼ ਹੈ, ਇੱਕ ਵਜ਼ੀਰ ਹੋਣ ਦੇ ਨਾਤੇ ਅੱਗੇ ਤੁਹਾਡੀ ਮਰਜ਼ੀ ਆ, ਫੈਸਲਾ ਤੁਸੀਂ ਕਰਨਾ, ਤੁਸੀਂ ਰਾਜੇ ਹੋ। ਆਪਣਾ ਬੁਰਾ ਤੇ ਆਪਣਾ ਭਲਾ ਵਿਚਾਰ ਕੇ ਹੁਣ ਫੈਸਲਾ ਕਰੋ ਜੀ। ਆਸੋ ਸੁਣਿਓ ਸੋ ਕਿਨੋ ਅਚਾਰੀ, ਸ੍ਰੀ ਅੰਮ੍ਰਿਤਸਰ ਸੋਰ ਸੁਧਾਰੀ। ਕਹਿੰਦੇ ਹੁਣੇ ਮੈਂ ਸੁਣਿਆ ਹੈ ਕਿਸੇ ਤੋਂ ਉਹ ਅੰਮ੍ਰਿਤਸਰ ਛੱਡ ਕੇ ਚਲੇ ਗਏ ਹਨ। ਜਦ ਲਸਕਰ ਕਿਤ ਜਾਏ ਪਸਾਰੀ, ਰੌਲਾ ਪਰੇ ਮੁਲਕ ਮੈਂ ਭਾਰੀ। ਕਹਿੰਦੇ ਉਹਨਾਂ ਨੂੰ ਕਿੱਥੇ ਲੱਭਾਂਗੇ ਆਪਾਂ, ਜੇ ਤੁਸੀਂ ਫੌਜ ਵੀ ਭੇਜਦੇ ਹੋ ਦੂਜੇ ਵਜ਼ੀਰਾਂ ਦੇ ਕਹਿਣ ਤੇ ਉਹ ਅੰਮ੍ਰਿਤਸਰ ਜਾਣਗੇ, ਤੇ ਅੰਮ੍ਰਿਤਸਰ ਤਾਂ ਹੈ ਹੀ ਨਹੀਂ। ਉਹ ਕਿੱਥੇ ਕਿੱਥੇ ਤੁਹਾਡੀ ਫੌਜ ਲੱਭਦੀ ਫਿਰੇਗੀ। ਇਵੇਂ ਬਹੁਤ ਰੌਲਾ ਪੈ ਜਾਏਗਾ, ਪ੍ਰਜਾ ਤੇ ਬਹੁਤ ਮਾੜਾ ਪ੍ਰਭਾਵ ਪੈ ਜਾਵੇਗਾ ਆਪ ਜੀ ਦਾ। ਨਾਮ ਵਿਖੇ ਅਨਜਨ ਹੈ ਦੋਸ, ਮਮ ਮਤ ਸੁਣੋ ਤਿਆਗ ਦਿਓ ਰੋਸ। ਬਾਦਸ਼ਾਹ ਜੀ ਰੋਸ ਛੱਡ ਦੋ, ਲੜਾਈ ਵਿੱਚੋਂ ਕਦੇ ਵੀ ਕਿਸੇ ਨੇ ਕੁਝ ਖੱਟਿਆ ਨਹੀਂ। ਮੇਰੀ ਗੱਲ ਮੇਰੀ ਬੇਨਤੀ ਮੰਨ ਲਵੋ ਆਪ ਜੀ। ਸਾਧ ਹਾਂ ਸੁਣ ਹਿਰਦੇ ਵਿਚਾਰੀ, ਉਚਰੇ ਸਾਚ ਭਲੇ ਨਿਰਧਾਰੀ। ਸ਼ਾਹਜਹਾਂ ਨੇ ਬਹੁਤ ਧਿਆਨ ਦੇ ਨਾਲ ਵਜ਼ੀਰ ਖਾਂ ਦੀ ਗੱਲ ਨੂੰ ਸੁਣਿਆ ਹੈ, ਕਿਉਂਕਿ ਇਹ ਦਰਬਾਰੀਆਂ ਦੇ ਵਿੱਚ ਸਭ ਤੋਂ ਸਿਆਣਾ ਵਜ਼ੀਰ ਸੀ, ਜਿਹੜਾ ਗੁਰੂ ਜੀ ਦਾ ਵੀ ਆਦਰ ਕਰਦਾ ਸੀ ਤੇ ਭਗਤਾਂ ਦਾ ਸਤਿਕਾਰ ਕਰਦਾ ਸੀ। ਬਾਕੀ ਸਾਰੇ ਚਾਪਲੂਸ ਕਿਸਮ ਦੇ ਸਨ, ਉਹ ਜਿਵੇਂ ਬਾਦਸ਼ਾਹ ਕਹਿੰਦਾ ਸੀ ਉਵੇਂ ਹੀ ਹਾਂ ਕਰ ਦਿੰਦੇ ਸਨ, ਪਰ ਇਹ ਰਾਜੀ ਨਹੀਂ ਸੀ ਹੋਇਆ ਜੰਗ ਕਰਨ ਵਾਸਤੇ। ਸੋ ਇਹਦਾ ਪਹਿਲਾਂ ਵੀ ਗੁਰੂ ਦੇ ਨਾਲ ਬੜਾ ਪਿਆਰ ਰਿਹਾ, ਤੇ ਸ਼ਾਹਜਹਾਂ ਨੇ ਸੁਣ ਕੇ ਵਿਚਾਰ ਕੀਤੀ ਵੀ ਵਜ਼ੀਰ ਖਾਂ ਬਿਲਕੁਲ ਠੀਕ ਆਖ ਰਿਹਾ ਹੈ। ਤਨ ਕੀ ਕੁਸਲ ਸਰਬ ਤੇ ਨੀਕੈ, ਦੁੱਖ ਚਾਰੇ ਸਾਚ ਦੁੱਖ ਵਿਹੀਨ ਹੋਏ ਚਿਤਵਤ ਜੀਕੈ। ਇਸ ਕਰਕੇ ਕਹਿਣ ਲੱਗਾ ਜਾਨ ਹੈ ਤਾਂ ਜਹਾਨ ਹੈ, ਤਨ ਦੀ ਤੰਦਰੁਸਤੀ ਹੋਊਗੀ ਤਾਂ ਸਭ ਹੋ ਜਾਏਗਾ। ਕਹਿੰਦਾ ਹਰ ਕੋਈ ਸੁਖੀ ਜਿਉਣਾ ਚਾਹੁੰਦਾ, ਮੈਂ ਵੀ ਨਹੀਂ ਆਪਣੇ ਆਪ ਨੂੰ ਤਕਲੀਫ ਦੇਣਾ ਚਾਹੁੰਦਾ ਹਾਂ। ਤਰਿਓ ਕ੍ਰੋਧ ਕੈ ਪਰੇ ਨ ਦੁੰਦ, ਸੁਖ ਕੋ ਸੋ ਬਸੇ ਮੁਲਕ ਬੁਲੰਦ। ਫਿਰ ਸ਼ਾਹਜਹਾਂ ਦਾ ਗੁੱਸਾ ਜਿਹੜਾ ਸੀ ਠੰਡਾ ਹੋ ਗਿਆ। ਕਹਿੰਦਾ ਹੁਣ ਆਪਾਂ ਫਸਾਦ ਨਹੀਂ ਕਰਨਾ, ਜੰਗ ਨਹੀਂ ਕਰਨੀ, ਸੁੱਖ ਦੇ ਨਾਲ ਰਹਿਣਾ ਹੈ ਇੱਥੇ ਆਪਾਂ। ਕਹਾਂ ਬਾਜ ਕੀ ਬਾਤ ਸੋ ਥੋਰੀ, ਜੋ ਗੁਰ ਡਰੇ ਨ ਤੁਮ ਹਮ ਛੋਰੀ। ਕਹਿੰਦਾ ਬਾਜ ਦੀ ਖਾਤਰ ਕੀ ਲੜਨਾ, ਇਹ ਗੱਲ ਬੜੀ ਛੋਟੀ ਜਾਪਦੀ ਆ, ਮੈਨੂੰ ਸਮਝ ਆ ਗਈ ਹੁਣ। ਜੇ ਗੁਰੂ ਨਾਲ ਲੜੇ ਸਾਡੇ ਨਾਲ ਮੈਂ ਵੀ ਨਹੀਂ ਲੜਾਂਗਾ। ਅੱਜ ਤੋਂ ਬਾਅਦ ਗੁਰੂ ਨਾਲ ਲੜਾਈ ਕਰਨੀ ਮੈਂ ਵੀ ਛੱਡ ਦਿੱਤੀ ਹੈ। ਸੁਣ ਕੇ ਚਿੱਚ ਬੈਗ ਤਬ ਕਹਿਓ, ਗੁਰ ਸੁਭਾਵ ਮੈਂ ਨੀਕੈ ਲਹਿਓ। ਇਹ ਸੁਣ ਕੇ ਫਿਰ ਕਿੰਚ ਬੇਗ ਬੋਲਿਆ ਹੈ, ਕਹਿਣ ਲੱਗਾ ਗੁਰੂ ਜੀ ਦੇ ਸੁਭਾਵ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ। ਦੇਸ ਨਗਰ ਕੋ ਕੁਛ ਨਹਿ ਕਹਿ, ਅਰੇ ਸੈਨ ਤੋ ਰਣ ਹਟ ਗਹਿ। ਕਹਿੰਦੇ ਜੇ ਤੁਸੀਂ ਸ਼ਾਂਤੀ ਬਣਾਈ ਰੱਖੋਗੇ ਉਹ ਕਦੇ ਵੀ ਤੁਹਾਨੂੰ ਕੁਝ ਨਹੀਂ ਕਹਿਣਗੇ। ਗੁਰੂ ਜੀ ਪਹਿਲਾਂ ਵਾਰ ਨਹੀਂ ਕਰਦੇ, ਜੇ ਕੋਈ ਪਹਿਲਾਂ ਵਾਰ ਕਰਦਾ ਫਿਰ ਹੀ ਉਹਦਾ ਮੋੜ ਕੇ ਜਵਾਬ ਦਿੰਦੇ ਨੇ। ਇਸ ਕਰਕੇ ਜੇ ਤੁਸੀਂ ਸ਼ਾਂਤ ਰਹੋਗੇ ਗੁਰੂ ਵੀ ਸ਼ਾਂਤ ਰਹੇਗਾ। ਨਹੀਂ ਫਤੂਰ ਮੁਲਕ ਮੈਂ ਕਰੇ, ਸਭ ਕੀ ਰਚਿਆ ਪਹਿਤ ਧਰੈ। ਗੁਰੂ ਜੀ ਕਿਸੇ ਮੁਲਕ ਤੇ ਕਬਜ਼ਾ ਨਹੀਂ ਕਰਨਾ ਚਾਹੁੰਦੇ, ਗੁਰੂ ਜੀ ਵੱਡੇ ਨਹੀਂ ਬਣਨਾ ਚਾਹੁੰਦੇ, ਉਹ ਤਾਂ ਸਾਰਿਆਂ ਦੀ ਰੱਖਿਆ ਕਰਦੇ ਹਨ। ਕਹੋ ਸਾਉ ਇਹ ਆਸੀ ਬਾਤ, ਨਹਿ ਦਲ ਪਟੇ ਹੋਤ ਨਰਕਾਤ। ਇਹ ਸੁਣ ਕੇ ਬਾਦਸ਼ਾਹ ਕਹਿਣ ਲੱਗਾ ਬਹੁਤ ਹੀ ਚੰਗੀ ਗੱਲ ਆ, ਫਿਰ ਜੇ ਗੁਰੂ ਹਟ ਜਾਏਗਾ ਜੰਗ ਨਹੀਂ ਕਰੇਗਾ ਅਸੀਂ ਵੀ ਨਹੀਂ ਕਰਾਂਗੇ, ਫੌਜ ਨੂੰ ਨਹੀਂ ਭੇਜਾਂਗਾ ਮੈਂ, ਨਹੀਂ ਸਾਡੇ ਬਹੁਤ ਸਾਰੇ ਸੈਨਿਕ ਮਾਰੇ ਜਾਣਗੇ। ਇੱਥੇ ਹੀ ਗੱਲ ਕਹਿਣ ਲੱਗਾ ਮੈਂ ਮੁਕਾਉਂਦਾ ਹਾਂ। ਸ੍ਰੀ ਅੰਮ੍ਰਿਤਸਰ ਬਸੇ ਨ ਸੋਈ, ਗਵਨੇ ਦੂਰ ਬਗਾਰ ਨ ਕੋਈ। ਕਹਿਣ ਲੱਗਾ ਉਹ ਅੰਮ੍ਰਿਤਸਰ ਨਾ ਰਹਿਣ, ਬਸ ਦੂਰ ਚਲੇ ਜਾਣ, ਫਿਰ ਮੇਰਾ ਉਹਨਾਂ ਦੇ ਨਾਲ ਕੋਈ ਵਿਗਾੜ ਨਹੀਂ ਹੋਵੇਗਾ। ਇਸ ਕਰਕੇ ਅੰਮ੍ਰਿਤਸਰ ਨੂੰ ਛੱਡ ਦੇਣ। ਇਹ ਗੱਲਾਂ ਫਿਰ ਕਹਿਣ ਲੱਗਾ ਹੈ।
ਨਿਮ ਕੈ ਉਰਤੇ ਬਾਤ ਬਸਾਰੀ ਕਰੀ ਮਕੂਫ ਚਵਨ ਕੀਰਤ ਚੜਨ ਕੀ ਤਿਆਰੀ। ਫਿਰ ਜਿਹੜੇ ਫੁਰਨੇ ਕਵੀ ਜੀ ਕਹਿੰਦੇ ਦਿਲ 'ਚ ਬਣਦੇ ਸੀ ਮਨ 'ਚ ਬਾਰ-ਬਾਰ, ਮੈਂ ਹੁਣ ਫੇਰ ਫੌਜ ਭੇਜੂੰਗਾ, ਤੋਪਾਂ ਭੇਜੂ ਇਸ ਵਾਰ, ਉਹ ਸਾਰੀਆਂ ਗੱਲਾਂ ਇਹਨੇ ਹਟਾ ਦਿੱਤੀਆਂ ਨੇ। ਗੁਰੂ ਜੀ ਤੇ ਚੜ੍ਹਾਈ ਕਰਨ ਦੀਆਂ ਗੱਲਾਂ ਸਾਰੀਆਂ ਮੁਕਾ ਦਿੱਤੀਆਂ ਹਨ। ਇਸ ਪ੍ਰਕਾਰ ਰਬਪੁਰ ਮੇ ਸ਼ਾਂਤੀ ਹੋਤ ਭਈ ਸੁਣ ਕੇ ਸਭ ਭਾਤੀ। ਸ਼ਾਹਜਹਾਂ ਦੇ ਇਸ ਫੈਸਲੇ ਦੇ ਨਾਲ ਇਹ ਸੁਣ ਕੇ ਲਾਹੌਰ ਦੇ ਵਿੱਚ ਸ਼ਾਂਤੀ ਹੋ ਗਈ ਆ ਵੀ ਹੁਣ ਜੰਗ ਨਹੀਂ ਹੋਣਾ। ਬਾਦਸ਼ਾਹ ਦੇ ਹੁਕਮ ਦੇ ਥੱਲੇ ਸਾਰੇ ਚੱਲਦੇ ਨੇ ਤੇ ਬਾਦਸ਼ਾਹ ਨੇ ਆਖਿਆ ਵੀ ਹੁਣ ਕੋਈ ਜੰਗ ਨਹੀਂ ਹੋਣੀ, ਸ਼ਾਂਤੀ ਕਰਨੀ ਆਪਾਂ। ਇਹ ਸੁਣ ਕੇ ਲਾਹੌਰ ਦੇ ਵਾਸੀਆਂ ਨੂੰ ਸੁੱਖ ਦਾ ਸਾਹ ਆਇਆ ਹੈ। ਫਿਰ ਅਬ ਸਤਿਗੁਰ ਕੀ ਕਥਾ ਸੁਣੀਜੈ, ਸਭ ਜਨਮ ਸਫਲ ਸਰੋਤਾ ਕਰ ਲੀਜੈ। ਇਵੇਂ ਫਿਰ ਕਵੀ ਜੀ ਕਹਿੰਦੇ ਜਿਨ੍ਹਾਂ ਨੇ ਵੀ ਗੁਰੂ ਮਹਾਰਾਜ ਦੀ ਐਸੀ ਕਥਾ ਸੁਣੀ ਆ ਉਹਨਾਂ ਨੇ ਆਪਣੇ ਜਨਮ ਨੂੰ ਸਫਲ ਕੀਤਾ ਹੈ। ਜਿਨ੍ਹਾਂ ਨੇ ਗੁਰੂ ਜੀ ਦੇ ਇਤਿਹਾਸ ਨੂੰ ਸੁਣਿਆ ਹੈ, ਸਮਝਿਆ ਹੈ, ਹਿਰਦੇ 'ਚ ਵਸਾਇਆ ਹੈ, ਉਹਨਾਂ ਦੀ ਜ਼ਿੰਦਗੀ ਵਿੱਚ ਸਕੂਨ, ਸਬਰ, ਸਹਿਣਸ਼ੀਲਤਾ ਵਾਲੇ ਗੁਣ ਪੈਦਾ ਹੋ ਗਏ ਹਨ। ਗੁਰਸਿੱਖ ਪਿਆਰਿਓ, ਇੱਥੇ ਹੀ ਕਵੀ ਜੀ ਪ੍ਰਸੰਗ ਦੀ ਸਮਾਪਤੀ ਕਰ ਦਿੰਦੇ ਹਨ। ਅੱਗੇ ਗੁਰੂ ਮਹਾਰਾਜ ਜੀ ਹੁਣ ਗੋਇੰਦਵਾਲ ਸਾਹਿਬ ਗਏ ਨੇ। ਉੱਥੇ ਜਾ ਕੇ ਕਿਵੇਂ ਬੌਲੀ ਸਾਹਿਬ ਵਿੱਚ ਇਸ਼ਨਾਨ ਕਰਦੇ ਨੇ, ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਸਥਾਨਾਂ ਦੇ ਕਿਵੇਂ ਦਰਸ਼ਨ ਕਰਦੇ ਨੇ ਵਾਰੀ-ਵਾਰੀ, ਇਹ ਵਾਲਾ ਪ੍ਰਸੰਗ ਕੱਲ ਨੂੰ ਆਵੇਗਾ। ਜਿਵੇਂ ਗੁਰੂ ਬੁਲਾਵੇਗਾ ਤਿਵੇਂ ਇਸ ਪ੍ਰਸੰਗ ਦੀ ਸਾਂਝ ਪਾਈ ਜਾਵੇਗੀ। ਸਤਿਗੁਰੂ ਦੀ ਸ਼ਾਨ ਬੜੀ ਉੱਚੀ ਹੈ ਅਤੇ ਸ਼ਾਹਜਹਾਂ ਦੇ ਪਾਸ ਜਿੰਨੇ ਵੀ ਵਜ਼ੀਰ ਸੀ ਬਾਕੀ ਸਾਰੇ ਚਾਪਲੂਸ ਕਿਸਮ ਦੇ ਸਨ। ਵਜ਼ੀਰ ਖਾਂ ਸੀ ਜਿਹੜਾ ਕਿ ਬਹੁਤ ਗੁਰੂ ਮਹਾਰਾਜ ਜੀ ਦਾ ਸਤਿਕਾਰ ਕਰਦਾ ਸੀ। ਐਸੇ ਸੱਚ ਤੇ ਚੱਲਣ ਵਾਲੇ ਵਜ਼ੀਰ ਖਾਂ ਵਰਗੇ ਵਜ਼ੀਰ ਦੀ ਸ਼ਾਨ ਬੜੀ ਨਿਰਾਲੀ ਹੈ। ਬੋਲਦਿਆਂ ਇੱਕ ਨਹੀਂ ਨਾਨਾ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹਨ ਜੀ। ਗੁਰੂ ਦੀ ਸੰਗਤ ਸਤਿਗੁਰੂ ਜੀ ਸਾਨੂੰ ਬਖਸ਼ ਲੈਣ। ਆਓ ਹੁਣ ਆਪਾਂ ਪਿਆਰ ਦੇ ਨਾਲ ਅਖੀਰਲੀਆਂ ਪੰਕਤੀਆਂ ਨੂੰ ਪੜ੍ਹੀਏ, ਫਤਿਹ ਅਰਜ ਕਰਨੀ ਕਰੀਏ ਜੀ। ਇਸ ਪ੍ਰਕਾਰ ਲਵਪੁਰ ਮੈਂ ਸ਼ਾਂਤੀ ਹੋਤ ਭਈ ਸੁਣ ਕੇ ਸਭ ਭਾਤੀ। ਅਬ ਸਤਿਗੁਰ ਕੀ ਕਥਾ ਸੁਣੀਜੈ, ਸਫਲ ਜਨਮ ਸਫਲ ਸਰੋਤਾ ਕਰ ਲੀਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।